ਕੈਨੇਡਾ ਖੋਲ੍ਹ ਸਕਦਾ ਹੈ ਫੁੱਲੀ ਵੈਕਸੀਨੇਟਿਡ ਕੈਨੇਡੀਅਨਸ ਵਾਸਤੇ ਯੂਐਸ ਦੀ ਯਾਤਰਾ ਦਾ ਰਾਹ 21 ਜੂਨ ਨੂੰ ਖਤਮ ਹੋ ਰਹੀ ਹੈ। ਦੋਹਾਂ ਮੁਲਕਾਂ ਵਿਚਾਲੇ ਗੈਰ ਜ਼ਰੂਰੀ ਯਾਤਰਾ ਦੀ ਰੋਕ, ਵੈਕਸੀਨ ਪਾਸਪੋਰਟ ਹੋ ਸਕਦੇ ਨੇ ਜਾਰੀ। ਏਅਰ ਕੈਨੇਡਾ ਨੇ ਵਧਾਈ ਭਾਰਤ ਪਾਕਿਸਤਾਨ ਤੋਂ ਆਉਂਦੀਆਂ ਡਾਇਰੈਕਟ ਫਲਾਈਟਸ ਤੇ ਲੱਗੀ ਰੋਕ ਦੀ ਮਿਆਦ 21 ਜੁਲਾਈ ਤੱਕ। ਤੇ ਕੰਜ਼ਰਵੇਟਿਵ ਸਟੀਵਨ ਹਾਰਪਰ ਸਰਕਾਰ ਵੇਲੇ ਮੰਤਰੀ ਰਹੇ ਐਮਪੀ ਟਿਮ ਉਪਲ ਨੇ ਮਾਫੀ ਮੰਗੀ ਆਪਣੀ ਪਾਰਟੀ ਦੀਆਂ ਮੁਸਲਮਾਨ ਵਿਰੋਧੀ ਨੀਤੀਆਂ ਵਾਸਤੇ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫਤਾਵਾਰ। ਮੈਂ ਮਨਿੰਦਰ ਕਰੇਵਾਲ। ਕੋਵਿਡ-19 ਇਨਫੈਕਸ਼ਨ ਦੇ ਘਟ ਰਹੇ ਮਾਮਲਿਆਂ ਦੇ ਨਤੀਜਿਆਂ ਵਜੋਂ ontario ਵਾਸੀਆਂ ਨੂੰ ਹੁਣ ਕੁਬੈਕ ਦੀ ਗੈਰ ਜ਼ਰੂਰੀ ਯਾਤਰਾ ਦੀ ਖੁੱਲ੍ਹ ਮਿਲ ਗਈ ਹੈ। ਹੁਣ ਉਹ ਮੈਨੀਟੋਬਾ ਵੀ ਜਾ ਸਕਦੇ ਨੇ ਤੇ ਵਾਪਸ ਆਉਂਦਿਆਂ ਉਹਨਾਂ ਨੂੰ ਕੁਆਰੰਟੀਨ ਵੀ ਨਹੀਂ ਕਰਨਾ ਪਏਗਾ। ਉਧਰ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਹੁਣ ਸੂਬਾ ਵਾਸੀ ਜਿੱਥੇ ਚਾਹੁਣ ਛੁੱਟੀਆਂ ਮਨਾਉਣ ਜਾ ਸਕਦੇ ਨੇ, ਪਰ ਬ੍ਰਿਟਿਸ਼ ਕੋਲੰਬੀਆ ਦੇ ਬਾਹਰੋਂ ਆਉਣ ਵਾਸਤੇ ਅਜੇ ਵੀ ਗੈਰ ਜ਼ਰੂਰੀ ਯਾਤਰਾ ਵਾਲਿਆਂ ਲਈ ਰੋਕ ਲੱਗੀ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਹੋਟਲ ਇੰਡਸਟਰੀ ਨੇ ਇਸ ਨਾਲ ਸੁੱਖ ਦਾ ਸਾਹ ਲਿਆ ਹੈ, ਜਿਸ ਨੇ ਪਿਛਲੇ 1 ਸਾਲ ਵਿੱਚ 70% ਦਾ ਘਾਟਾ ਖਾਧਾ ਹੈ। ਹੌਲੀ-ਹੌਲੀ ਪ੍ਰੋਵਿੰਸਸ ਖੁੱਲ੍ਹ ਰਹੇ ਨੇ, ਆਵਾਜਾਈ ਸ਼ੁਰੂ ਹੋ ਰਹੀ ਹੈ ਤੇ ਵੈਕਸੀਨ ਲਵਾ ਚੁੱਕੀ ਜਨਤਾ ਦੀ ਗਿਣਤੀ ਵੀ ਵਧ ਰਹੀ ਹੈ। ਉਧਰੋਂ ਯੂਐਸ ਕੈਨੇਡਾ ਵਿਚਾਲੇ ਲੱਗੀ ਗੈਰ ਜ਼ਰੂਰੀ ਆਵਾਜਾਈ ਦੀ ਰੋਕ ਦੀ ਮਿਆਦ ਵੀ 21 ਜੂਨ ਤੱਕ ਹੀ ਹੈ। ਕਿਆਸ ਹੋਰ ਤੇਜ਼ ਉਦੋਂ ਹੋ ਗਏ ਜਦੋਂ ਦੇਸ਼ ਦੇ ਮਿਨਿਸਟਰ ਆਫ ਟਰਾਂਸਪੋਰਟ ਉਮਰ ਅਲ-ਗਾਬਰਾ ਨੇ ਇਹ ਕਹਿ ਦਿੱਤਾ ਕਿ ਸਰਕਾਰ ਹਵਾਈ ਅੱਡਿਆਂ ਅਤੇ 에ਅਰਲਾਈਨ ਕੰਪਨੀਆਂ ਦੇ ਨਾਲ ਸੰਪਰਕ ਵਿੱਚ ਹੈ। ਜੇ ਅਚਾਨਕ ਆਵਾਜਾਈ ਖੋਲ੍ਹ ਦਿੱਤੀ ਜਾਏ ਤਾਂ ਉਹਨਾਂ ਦੀ ਤਿਆਰੀ ਪੂਰੀ ਹੈ। ਸਰਕਾਰ ਦਾ ਕਹਿਣਾ ਇਹ ਵੀ ਹੈ ਕਿ ਅੰਤਰਰਾਸ਼ਟਰੀ ਯਾਤਰਾ ਵਾਸਤੇ ਫੁੱਲੀ ਵੈਕਸੀਨੇਟਿਡ ਕੈਨੇਡੀਅਨਸ ਨੂੰ ਜੇਕਰ ਡਿਜੀਟਲ ਵੈਕਸੀਨ ਪਾਸਪੋਰਟ ਦੀ ਲੋੜ ਪੈਂਦੀ ਹੈ ਤਾਂ ਉਹ ਜਾਰੀ ਕਰ ਦਿੱਤਾ ਜਾਏਗਾ। ਹੁਣ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਹਰ ਕੋਈ ਡਿਜੀਟਲ ਡਿਵਾਈਸਿਸ ਨਾਲ ਲੈ ਕੇ ਨਹੀਂ ਜਾਂਦਾ, ਇਸ ਕਰਕੇ ਹਾਰਡ ਕਾਪੀ ਯਾਨੀ ਪੇਪਰ ਕਾਪੀ ਦੀ ਆਪਸ਼ਨ ਵੀ ਦਿੱਤੀ ਜਾਣੀ ਚਾਹੀਦੀ ਹੈ। ਇਹਨਾਂ ਸਾਰੇ ਹੀ ਕੈਨੇਡੀਅਨਸ ਨੂੰ ਇਹ ਕਾਪੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਨੇ ਕੋਵਿਡ-19 ਤੋਂ ਬਚਾਅ ਵਾਸਤੇ ਵੈਕਸੀਨ ਦੀਆਂ ਦੋਵੇਂ ਡੋਜ਼ਸ ਲੈ ਲਈਆਂ ਹੋਣ। ਇੱਕ ਪਾਸੇ ਸਰਕਾਰ ਫੁੱਲੀ ਵੈਕਸੀਨੇਟਿਡ ਕੈਨੇਡੀਅਨਸ ਨੂੰ ਦੇਸ਼ ਦੇ ਬਾਹਰ ਘੁੰਮਣ ਫਿਰਨ ਦੀ ਖੁੱਲ੍ਹ ਦੇਣ ਬਾਰੇ ਸੋਚ ਰਹੀ ਹੈ ਤੇ ਦੂਜੇ ਪਾਸੇ ਏਅਰ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਂਦੀਆਂ ਡਾਇਰੈਕਟ ਫਲਾਈਟਸ ਤੇ ਲੱਗੀ ਰੋਕ 31 ਜੁਲਾਈ ਤੱਕ ਹੋਰ ਵਧਾ ਦਿੱਤੀ ਹੈ। ਟੋਰੀ ਐਮਪੀ ਟਿਮ ਉਪਲ ਨੇ ਸਾਲ 2014 ਵਿੱਚ ਆਪਣੀ ਕੰਜ਼ਰਵੇਟਿਵ ਸਟੀਵਨ ਹਾਰਪਰ ਦੀ ਫੈਡਰਲ ਸਰਕਾਰ ਵੇਲੇ ਮੁਸਲਮਾਨਾਂ ਵਿਰੋਧੀ ਨੀਤੀਆਂ ਸੰਬੰਧੀ ਲਿਆਂਦੇ ਜਾਂਦੇ ਰਹੇ ਬਿਲਸ ਖਿਲਾਫ ਉਸ ਵੇਲੇ ਚੁੱਪ ਵੱਟੀ ਰੱਖਣ ਵਾਸਤੇ ਹੁਣ ਜਾ ਕੇ ਲੰਡਨ ontario ਵਿੱਚ ਮੁਸਲਮਾਨ ਪਰਿਵਾਰ ਤੇ ਹੋਈ ਜਾਨਲੇਵਾ ਹਮਲੇ ਤੋਂ ਬਾਅਦ ਮਾਫੀ ਮੰਗੀ ਹੈ। ਸਿਟੀਜ਼ਨਸ਼ਿਪ ਸੈਰੇਮਨੀ ਵਿੱਚ ਨਕਾਬ ਜਾਂ ਹਿਜਾਬ ਪਾਉਣ ਤੇ ਰੋਕ ਲਾਉਣ ਦੀ ਮੰਗ ਕਰਦਾ ਇੱਕ ਬਿੱਲ ਉਸ ਵੇਲੇ ਮਿਨਿਸਟਰ ਆਫ ਸਟੇਟ ਫਾਰ ਮਲਟੀਕਲਚਰਲਿਜ਼ਮ ਰਹੇ ਟਿਮ ਉਪਲ ਨੇ ਹੀ ਪੇਸ਼ ਕੀਤਾ ਸੀ। ਅਲਬਰਟਾ ਦੇ ਮੌਜੂਦਾ ਪ੍ਰੀਮੀਅਰ ਜੇਸਨ ਕੈਨੀ ਉਸ ਵੇਲੇ ਫੈਡਰਲ ਸਰਕਾਰ ਵਿੱਚ ਮਲਟੀਕਲਚਰਲਿਜ਼ਮ ਦੇ ਫੈਡਰਲ ਮੰਤਰੀ ਹੋਇਆ ਕਰਦੇ ਸਨ ਤੇ ਖੁੱਲ੍ਹ ਕੇ ਨਕਾਬ ਖਿਲਾਫ ਬੋਲਿਆ ਕਰਦੇ ਸਨ। ਇੱਥੋਂ ਤੱਕ ਕਿ ਹਾਰਪਰ ਦੀ ਪਾਰਟੀ ਨੇ ਅਜਿਹੀ ਹੌਟਲਾਈਨ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਜਿੱਥੇ ਲੋਕ ਆਪਣੇ ਗੁਆਂਢੀਆਂ ਦੇ ਘਰਾਂ ਵਿੱਚ ਮਨਾਏ ਜਾਂਦੇ ਰੀਤੀ ਰਿਵਾਜ਼ਾਂ ਦੀ ਚੁੱਪ-ਚਪੀਤੇ ਤੇ ਸ਼ਿਕਾਇਤ ਕਰ ਸਕਣ ਜੋ ਹਾਰਪਰ ਸਰਕਾਰ ਦੀ ਲਿਸਟ ਮੁਤਾਬਕ ਜ਼ਾਲਿਮਾਨਾ ਪ੍ਰੈਕਟਿਸਿਸ ਮੰਨੀਆਂ ਜਾਂਦੀਆਂ ਹੋਣ। ਟਿਮ ਉਪਲ ਦੀ ਅੰਤਰਾਤਮਾ 7 ਸਾਲ ਬਾਅਦ ਜਾ ਕੇ ਜਾਗੀ ਸਹੀ ਪਰ ਜਾਗ ਗਈ ਹੈ, ਪਰ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਦਾ ਕਹਿਣਾ ਹੈ ਕਿ ਉਹ ਮਾਫੀ ਨਹੀਂ ਮੰਗਣਗੇ। ਭਾਵੇਂ ਉਸ ਵੇਲੇ ਉਹ ਫੈਡਰਲ ਮਿਨਿਸਟਰ ਆਫ ਮਲਟੀਕਲਚਰਲਿਜ਼ਮ ਸਨ, ਪਰ ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਕਦੀ ਨਕਾਬ ਦੇ ਖਿਲਾਫ ਕੁਝ ਕਿਹਾ ਹੀ ਨਹੀਂ। ਇਹ ਕਹਿਣ ਦੀ ਦੇਰ ਸੀ ਕਿ ਹੁਣ ਵਿਰੋਧੀ ਪਾਰਟੀਆਂ ਨੇ ਉਸ ਵੇਲੇ ਦੇ ਉਹਨਾਂ ਦੇ ਬਿਆਨ ਕੱਢ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੇ ਨੇ। You're talking about the court ruling on face coverings at the citizenship ceremony. Look, we think it is axiomatic to say that a public citizenship ceremony should be done publicly, that people at the very moment they become citizens should not be obscuring their identity in a public ceremony. We think that's disrespectful to one's fellow citizens. It's impossible to verify that someone's actually saying the oath while their face is covered. We think it's entirely reasonable to say at that one very public moment of a public declaration of one's loyalty to one's fellow citizens and country, one should do so openly, proudly, and publicly without one's face hidden. ਦੇਸ਼ ਦੇ ਬਾਹਰੋਂ 3 ਟੈਸਟ ਕਰਵਾ ਕੇ ਆ ਰਹੇ ਯਾਤਰੀਆਂ ਨੂੰ ਇੱਥੇ ਆ ਕੇ ਹੋਟਲ ਕੁਆਰੰਟੀਨ ਦੇ 3 ਦਿਨ ਦਾ ਖਰਚਾ ਪੱਲਿਓਂ ਦੇਣਾ ਪੈਂਦਾ ਹੈ, ਭਾਵੇਂ ਕਿ ਰਹਿਣਾ ਹੋਟਲ ਵਿੱਚ 1 ਦਿਨ ਹੀ ਹੋਵੇ, ਭਾਵੇਂ ਉਹ ਫੁੱਲੀ ਵੈਕਸੀਨੇਟਡ ਵੀ ਕਿਉਂ ਨਾ ਹੋਣ। ਤੇ ਲੋਕਾਂ ਨੂੰ ਮਤਾ ਦਿੰਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪ ਆਪਣੇ ਕਹੇ ਤੇ ਅਮਲ ਕਰਦੇ ਵਿਖਾਈ ਨਹੀਂ ਦਿੰਦੇ। ਉਹ ਫੜੇ ਗਏ ਨੇ। 5 ਰੋਜ਼ਾ ਯੂਰਪ ਦੌਰੇ ਤੋਂ ਵਾਪਸ ਆਏ ਪ੍ਰਾਈਮ ਮਿਨਿਸਟਰ ਅਤੇ ਉਹਨਾਂ ਦੀ ਟੀਮ ਇਸ ਵੇਲੇ ਓਟਵਾ ਦੇ ਇੱਕ ਹੋਟਲ ਵਿੱਚ ਕੁਆਰੰਟੀਨ ਵਿੱਚ ਨੇ। ਉਹਨਾਂ ਦੇ ਕਮਰਿਆਂ ਦੇ ਬਾਹਰ ਉਹਨਾਂ ਦਾ ਕੋਵਿਡ-19 ਟੈਸਟ ਦੀਆਂ ਹੁਣ ਤੱਕ ਦੀਆਂ ਕਾਪੀਜ਼ ਵੀ ਲੱਗੀਆਂ ਹੋਈਆਂ ਨੇ, ਪਰ ਗੱਲ ਇਹ ਹੈ ਕਿ ਇਹ ਸਾਰੇ ਜਿਸ ਹੋਟਲ ਵਿੱਚ ਠਹਿਰੇ ਨੇ ਉਹ ਫੈਡਰਲ ਸਰਕਾਰ ਦੀ ਹੀ ਆਪਣੀ ਕੁਆਰੰਟੀਨ ਹੋਟਲਸ ਦੀ ਪ੍ਰਵਾਨਿਤ ਸੂਚੀ ਵਿੱਚ ਸ਼ਾਮਿਲ ਨਹੀਂ ਹੈ।
ਇਹ ਕਾਲਾ ਮਾਲਾ ਸਾਹਮਣੇ ਆਉਣ ਦੀ ਦੇਰ ਸੀ ਕਿ ਹੁਣ ਪ੍ਰਾਈਮ ਮਿਨਿਸਟਰ ਉੱਪਰ ਹਰ ਪਾਸਿਓਂ ਦਬਾਅ ਪਾਇਆ ਜਾ ਰਿਹਾ ਹੈ ਕਿ ਜੇ ਉਹ ਖੁਦ ਇਸ ਨੂੰ ਨਹੀਂ ਮੰਨਦੇ ਤਾਂ ਫਿਰ ਹੋਟਲ ਕੁਆਰੰਟੀਨ ਦੀ ਨੀਤੀ ਹੋਰਨਾਂ ਵਾਸਤੇ ਵੀ ਹੁਣ ਹਟਾ ਦੇਣੀ ਚਾਹੀਦੀ ਹੈ। ਉੱਤਰੀ ਕੈਨੇਡਾ ਦੀ ਟੈਰੀਟਰੀ ਨੂਨਾਵੂਤ ਤੋਂ ਨੌਜਵਾਨ ਮੂਲ ਨਿਵਾਸੀ MP ਮੁਮਿਲਾਕ ਕਾਕਾਕ ਨੇ ਕਿਹਾ ਹੈ ਕਿ ਉਹ ਮੁੜ ਕਦੀ ਚੋਣ ਨਹੀਂ ਲੜੇਗੀ। The honourable member for Nunavut. I have never felt safe or protected in my position, especially within the House of Commons. ਉਸ ਦਾ ਕਹਿਣਾ ਹੈ ਕਿ ਹਾਊਸ ਆਫ ਕਾਮਨਸ ਵਿੱਚ ਬਤੌਰ MP ਉਸ ਦਾ ਅਨੁਭਵ ਕੋਈ ਬਹੁਤਾ ਚੰਗਾ ਨਹੀਂ ਰਿਹਾ। ਮੂਲ ਨਿਵਾਸੀਆਂ ਨਾਲ ਸੁਲਹ ਸਫਾਈ ਜਾਂ ਰੈਕਨਸੀਲੀਏਸ਼ਨ ਦੀਆਂ ਸੁਣਨ ਨੂੰ ਚੰਗੀਆਂ ਲੱਗਦੀਆਂ ਗੱਲਾਂ ਤਾਂ ਹਾਊਸ ਆਫ ਕਾਮਨਸ ਵਿੱਚ ਬਹੁਤ ਹੁੰਦੀਆਂ ਨੇ, ਪਰ ਸਰਕਾਰ ਕੁਝ ਕਰਦੀ ਹੈ ਨਹੀਂ। ਕਾਕਾਕ ਦਾ ਕਹਿਣਾ ਹੈ ਕਿ ਉਸਨੇ ਖੁਦ MP ਹੋਣ ਦੇ ਬਾਵਜੂਦ ਸੰਸਦ ਵਿੱਚ ਭੇਦਭਾਵ ਸਹਿਆ। ਇਹ ਦੇਸ਼ ਸਿਰਫ ਕਹਿਣ ਨੂੰ ਲੋਕਤਾਂਤਰਿਕ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਇਹ ਮੂਲ ਨਿਵਾਸੀਆਂ ਦੀਆਂ ਕਬਰਾਂ ਤੇ ਬਣਿਆ ਹੋਇਆ ਦੇਸ਼ ਹੈ ਤੇ ਇਸ ਦਾ ਇਤਿਹਾਸ ਉਹਨਾਂ ਦੇ ਖੂਨ ਨਾਲ ਲੱਥਪੱਥ ਹੈ। US ਅਤੇ ਰੂਸ ਦੇ ਰਿਸ਼ਤਿਆਂ ਵਿੱਚ ਜੰਮੀ ਹੋਈ ਬਰਫ਼ ਇਸ ਹਫ਼ਤੇ ਕੁਝ ਪਿਘਲਦੀ ਨਜ਼ਰ ਆਈ ਹੈ। ਰੂਸ ਉੱਪਰ US ਤੇ ਸਾਈਬਰ ਹਮਲੇ ਕਰਾਉਣ ਦਾ ਦੋਸ਼ ਲਾ ਚੁੱਕੇ US ਪ੍ਰੈਜ਼ੀਡੈਂਟ ਜੋ ਬਾਈਡਨ ਇਸ ਹਫ਼ਤੇ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲੇ। ਹੱਥ ਮਿਲਾਉਂਦੇ ਹੋਏ ਦੋਹਾਂ ਦੇ ਚਿਹਰਿਆਂ ਤੇ ਬੜੀ ਮੁਸ਼ਕਲ ਨਾਲ ਮੁਸਕਰਾਹਟ ਆ ਪਾ ਰਹੀ ਸੀ ਤੇ ਸ਼ੱਕ ਸੀ ਕਿ ਸ਼ਾਇਦ ਬੈਠਕ ਜਲਦੀ ਖਤਮ ਹੋ ਜਾਏਗੀ, ਪਰ 3 ਘੰਟਿਆਂ ਤੋਂ ਵੱਧ ਸਮਾਂ ਚੱਲੀ ਇਸ ਬੈਠਕ ਤੋਂ ਬਾਅਦ ਬਾਹਰ ਆਏ ਨੇਤਾਵਾਂ ਨੇ ਆਪੋ ਆਪਣੀਆਂ ਵੱਖਰੀਆਂ ਯਾਨੀ ਸੋਲੋ ਪ੍ਰੈਸ ਕਾਨਫਰੰਸਿਸ ਕੀਤੀਆਂ ਤੇ ਉਹ ਖੁਸ਼ ਨਜ਼ਰ ਆਏ। ਕਿਹਾ ਗਿਆ ਕਿ ਗੱਲਬਾਤ ਬੜੀ ਉਸਾਰੂ ਰਹੀ ਹੈ ਤੇ ਦੋਸਤਾਨਾ ਸੀ। ਦੋਹਾਂ ਦੇਸ਼ਾਂ ਵਿਚਾਲੇ ਕੌੜੀ ਬਿਆਨਬਾਜ਼ੀ ਮਗਰੋਂ ਆਈ ਦੂਰੀ ਘਟੀ ਹੈ। ਦੋਹਾਂ ਦੇਸ਼ਾਂ ਦੇ ਹੀ ਰਾਜਦੂਤ ਹੁਣ ਮੁੜ ਆਪੋ ਆਪਣੀਆਂ ਪੋਸਟਿੰਗਸ ਤੇ ਵਾਪਸ ਜਾ ਰਹੇ ਨੇ। ਸਾਊਦੀ ਅਰਬ ਵਿੱਚ ਰਹਿੰਦੀਆਂ ਔਰਤਾਂ ਵਾਸਤੇ ਵੱਡਾ ਹਫ਼ਤਾ ਰਿਹਾ। ਸਾਊਦੀ ਅਰਬ ਨੇ ਔਰਤਾਂ ਨੂੰ ਮਰਦਾਂ ਦੀ ਛਤਰ ਛਾਇਆ ਤੋਂ ਬਗੈਰ ਹੱਜ ਯਾਤਰਾ ਕਰਨ ਦੀ ਆਗਿਆ ਦੇ ਦਿੱਤੀ ਹੈ, ਯਾਨੀ ਹੋਰਨਾਂ ਦੇਸ਼ਾਂ ਤੋਂ ਵੀ ਔਰਤਾਂ ਖੁਦ ਆ ਸਕਦੀਆਂ ਨੇ। ਪਹਿਲਾਂ ਔਰਤਾਂ ਕਿਸੇ ਮਰਦ ਦੇ ਨਾਲ ਹੀ ਹੱਜ ਯਾਤਰਾ ਕਰ ਸਕਦੀਆਂ ਸਨ, ਪਰ ਹੁਣ ਉਹ ਇਕੱਲੀਆਂ ਵੀ ਰਜਿਸਟਰ ਕਰਾ ਸਕਦੀਆਂ ਨੇ ਤੇ ਹੱਜ ਕਰ ਸਕਣਗੀਆਂ। ਇਕੱਲੀ ਹੱਜ ਕਰਨ ਜਾਣ ਵਾਲੀ ਔਰਤ ਦੀ ਉਮਰ ਜ਼ਰੂਰ 18 ਤੋਂ 65 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਖਾਸ ਤੌਰ ਤੇ ਸਾਊਦੀ ਅਰਬ ਵਿੱਚ ਰਹਿੰਦੀਆਂ ਔਰਤਾਂ ਵਾਸਤੇ ਲੰਘੇ ਦਿਨੀ ਇੱਕ ਹੋਰ ਵੱਡਾ ਫੈਸਲਾ ਵੀ ਲਿਆ ਗਿਆ ਸੀ। ਅਣਵਿਆਹੀਆਂ, ਡਿਵੋਰਸਡ ਜਾਂ ਉਹ ਜਿਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਹੋਵੇ, ਉਹ ਐਡਲਟ ਔਰਤਾਂ ਹੁਣ ਬਗੈਰ ਮਹਿਰਮ ਦੀ ਇਜਾਜ਼ਤ ਅਤੇ ਛਤਰ ਛਾਇਆ ਦੇ ਇਕੱਲੀਆਂ ਵੀ ਰਹਿ ਸਕਣਗੀਆਂ। ਇਹ ਸਨ ਇਸ ਹਫ਼ਤੇ ਦੀਆਂ ਕੁਝ ਖਾਸ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।